ਰਿਪੀਟ ਹੋਵੇ, ਸੰਸਕਾਰ ਬਣਦੇ ਜਾਣ। ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ। ਉਹ ਫਲ ਹੈ। ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ, ਬੂਟੇ ਨੂੰ ਵੀ ਪੁੱਟਿਆ ਜਾ ਸਕਦਾ ਹੈ, ਪਰ ਹੁਣ ਫਲ ਬਣ ਗਏ। ਫਲ ਦਾ ਰੂਪ ਬਦਲਣਾ ਔਖਾ, ਫਲ ਬਣ ਗਏ। ਚਲੋ ਜ਼ਮੀਨ ਤੇ ਬੂਟਾ ਲਾਇਆ, ਫਲੀ ਬਹੁਤ ਹੋਇਆ, ਫਲ ਕੋਈ ਖਾਵੇਗਾ। ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਬਹੁਤ ਹੋਇਆ, ਆਪ ਬੀਜ ਆਪੇ ਹੀ ਖਾਇਆ, ਆਪ ਹੀ ਖਾਣਾ ਪਿਆ, ਕੋਈ ਦੂਜਾ ਨਹੀਂ ਖਾਂਦਾ। ਮੇਰਾ ਬੋਇਆ ਮੈਂ ਖਾਂਦਾ, ਮੇਰੀ ਔਲਾਦ ਨਹੀਂ ਖਾਂਦੀ। ਪਤੀ ਦਾ ਬੋਇਆ ਪਤੀ ਖਾਂਦਾ ਹੈ, ਪਤਨੀ ਦਾ ਬੋਇਆ ਪਤਨੀ ਖਾਂਦੀ। ਆਪ ਬੀਜ ਆਪੇ ਹੀ ਖਾਏ। ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ, ਫਲ ਕੋਈ ਖਾਂਦਾ ਪਿਆ। ਜੀਵਨ ਦੇ ਤੇ ਜਿਸਨੇ ਬੀਜਿਆ, ਆਪ ਬੀਜ ਆਪੇ ਹੀ ਖਾਏ। ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ। ਕਰਮ ਬੀਜ ਦੀ ਤਰ੍ਹਾਂ ਹੈ, ਸੰਸਕਾਰ ਬੂਟੇ ਦੀ ਤਰ੍ਹਾਂ ਹੈ, ਸੁਭਾਅ ਫਲ ਦੀ ਤਰ੍ਹਾਂ। ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ, ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਹੈ। ਕੋਈ ਵੀ ਚਲੋ ਬੋ ਦਿੱਤਾ, ਬੂਟਾ ਬਣ ਗਿਆ, ਪੁੱਟਿਆ ਜਾ ਸਕਦਾ ਹੈ, ਕਟਿਆ ਜਾ ਸਕਦਾ, ਫਲ ਬਣ ਗਿਆ। ਹੁਣ ਇਹਦਾ ਕੋਈ ਰੂਪ ਰੰਗ ਮਿਟਾਣਾ ਔਖਾ ਹੈ ਤੇ ਖਾਣਾ ਪਏਗਾ। ਫਲ ਹੋ ਗਿਆ। ਫਲ ਨੂੰ ਸੁਭਾਅ ਕਹਿੰਦੇ ਨੇ। ਮੈਂ ਅਰਜ਼ ਕਰਾਂ, ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ, ਸ਼ੁਭ ਚਾਹੇ ਅਸ਼ੁਭ, ਮਨੁੱਖ ਦੇ ਕਰਮ ਬਦਲੇ ਜਾ ਸਕਦੇ ਨੇ। ਅਗਰ ਸ਼ੁਭ ਕਰਮ ਕਰਦਾ ਪਿਆ, 2-4 ਦਿਨ ਦੀ ਕਿਸੇ ਦੀ ਕੁਸੰਗਤ ਹੋਈ, ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਿਆ, ਕਰਮ ਬਦਲੇ ਜਾ ਸਕਦੇ। ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ, ਮੈਂ ਉਹ ਨਹੀਂ ਬੋਂਦਾ, ਮੈਂ ਹੋਰ ਬੋਣਾ ਚਾਹੁੰਦਾ। ਕਰਮ ਬਦਲੇ ਜਾ ਸਕਦੇ, ਸੰਸਕਾਰ ਵੀ ਬਦਲੇ ਜਾ ਸਕਦੇ ਨੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ ਹੈ। ਜੋ ਮੈਂ ਮਨ ਕਰਕੇ ਬੋਲਿਆ ਹੈ, ਅੰਦਰ ਲਿਖਿਆ ਗਿਆ। ਜੋ ਮੈਂ ਮਨ ਕਰਕੇ ਕੀਤਾ ਹੈ, ਅੰਦਰ ਲਿਖਿਆ ਗਿਆ। ਉਹ ਲਿਖਿਆ ਗਿਆ ਸੰਸਕਾਰ ਹੈ। ਜੋ ਕੀਤਾ ਹੈ ਇਹ ਕਰਮ ਹੈ, ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ। ਅਬਦੀ ਗਿਆਤ ਲਈ ਅਰਜ਼ ਕਰਾਂ, ਸੰਸਕਾਰ ਕਿਸ ਦਾ ਬਣਦਾ ਹੈ? ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ? ਜਿਸ ਕਰਮ ਨੂੰ ਮਨ ਨਾਲ ਕਰੀਏ ਤਾਂ ਐਸਾ ਹੁੰਦਾ ਹੈ, ਤਨ ਕੋਈ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣੇਗਾ। ਪਰ ਮਨ ਵਿਚਾਰ ਕਰ ਰਿਹਾ ਹੈ, ਸੋਚ ਰਿਹਾ ਹੈ, ਮਾਨਸਿਕ ਕਰਮ ਚੱਲ ਰਿਹਾ ਹੈ, ਭਾਵੇਂ ਤਨ ਕ੍ਰਿਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇਗਾ। ਥੋੜਾ ਜਿਹਾ ਧਿਆਨਪੂਰਵਕ ਸੁਣਨਾ। ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ। ਤਨ ਕੋਈ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਸ਼ਾਮਲ ਹੈ, ਸੰਸਕਾਰ ਬਣੇਗਾ। ਤਨ ਨਹੀਂ ਸ਼ਾਮਲ, ਮਨ ਕਰ ਰਿਹਾ ਹੈ, ਸੋਚ ਰਿਹਾ ਹੈ, ਚਿੰਤਨ ਕਰ ਰਿਹਾ ਹੈ, ਵਿਚਾਰ ਕਰ ਰਿਹਾ ਹੈ, ਸੰਸਕਾਰ ਬਣਨਗੇ। ਸੰਸਕਾਰ ਮਾਨਸਿਕ ਕਰਮ ਦੇ ਬਣਦੇ ਨੇ। ਉਸ ਮਾਨਸਿਕ ਕਰਮ ਦੇ ਵਿੱਚ ਭਾਵੇਂ ਤਨ ਸ਼ਾਮਲ ਹੋਵੇ, ਭਾਵੇਂ ਨਾ ਸ਼ਾਮਲ ਹੋਵੇ। ਜਦ ਤਨ ਨਾਲ ਸ਼ਾਮਲ ਹੁੰਦਾ ਹੈ ਤਾਂ ਕਰਮ ਕ੍ਰਿਤ ਬਣ ਜਾਂਦਾ ਹੈ। ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤਾਂ ਕਰਮ ਕਰਮ ਹੈ, ਕ੍ਰਿਤ ਨਹੀਂ ਬਣਿਆ, ਕ੍ਰਿਤ ਨਹੀਂ ਬਣਿਆ। ਸਮਾਜ ਕਾਨੂੰਨ ਮਨੁੱਖ ਦੀ ਕ੍ਰਿਤ ਨੂੰ ਵੇਖਦੀ ਹੈ, ਮਾਨਸਿਕ ਕਰਮ ਨੂੰ ਨਹੀਂ, ਦੇਖ ਵੀ ਨਹੀਂ ਸਕਦੀ। ਤੁਸੀਂ ਇੱਥੇ ਸੋਚਦੇ ਕੀ ਪਏ ਹੋ, ਮੈਨੂੰ ਕੀ ਪਤਾ। ਮੈਂ ਇੱਥੇ ਸਟੇਜ ਤੇ ਬੈਠਾ ਜਾਂ ਗੁਰਦੁਆਰੇ ਬੈਠੇ ਹੋਇਆ ਕੀ ਸੋਚ ਰਿਹਾ ਸੀ, ਤੁਹਾਨੂੰ ਕੀ ਪਤਾ। ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ, ਕ੍ਰਿਤ ਤੱਕ ਪਹੁੰਚ ਹੈ। ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ, ਜਦ ਤਨ ਤੇ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ,
ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਪਿਆ, ਇਹਦੀ ਕ੍ਰਿਤ ਕੀ। ਐਸਾ ਵੀ ਹੋ ਸਕਦਾ ਹੈ ਕ੍ਰਿਤ ਬੜੀ ਚੰਗੀ ਕਰ ਰਿਹਾ ਹੈ, ਉਸ ਵਿੱਚ ਮਨ ਨਹੀਂ ਹੈ, ਮਨ ਇਨਕਾਰੀ ਹੈ। ਤੇ ਜੇ ਮਨ ਇਨਕਾਰੀ ਹੈ ਤੇ ਫਿਰ ਚੰਗੀ ਕ੍ਰਿਤ ਕਿਉਂ ਕਰ ਰਿਹਾ? ਸਮਾਜ ਲਈ ਕਰ ਰਿਹਾ। ਸਮਾਜ ਚੰਗਾ ਚੰਗਾ ਆਖੇਗਾ, ਲੋਕੀ ਚੰਗਾ ਚੰਗਾ ਆਖਣਗੇ। ਸਮਾਜ ਦੇ ਚ ਰਹਿਣਾ ਹੈ ਤਾਂ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ। ਬੜੇ ਧਿਆਨ ਨਾਲ ਸੁਣਨਾ। ਦੁਨੀਆ ਭਰ ਦੇ ਆਤਮਦਰਸ਼ੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਅਕਸਰ ਦੇਖਿਆ ਗਿਆ ਪਰਮਾਤਮਾ ਦੀ ਨਜ਼ਰਾਂ 'ਚ ਬੁਰਾ ਹੀ ਹੁੰਦਾ ਹੈ। ਕੁਛ ਵੀ ਨਹੀਂ ਹੁੰਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ, ਤੂੰ ਦੁਨੀਆ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇ ਤੇ ਪ੍ਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇ, ਇਸ ਨਾਲੋਂ ਇਹ ਬਿਹਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇ, ਪ੍ਰਭੂ ਦੀ ਨਿਗਾਹ ਵਿੱਚ ਚੰਗਾ ਹੋਵੇ। ਇਸ ਨੂੰ ਚੁਣ। ਮਨੁੱਖ ਦੀ ਤੇ ਸਾਰੀ ਕੋਸ਼ਿਸ਼ ਹੀ ਹੈ ਸਮਾਜ ਚੰਗਾ ਰਹਿਣਾ, ਜੋ ਸਮਾਜ ਦੇ ਚ ਹੈ। ਤੇ ਸਮਾਜ ਤਤ ਚਿੰਨ ਫੈਸਲਾ ਕਰਦਾ ਹੈ ਰਹਿਣਾ ਸਮਾਜ ਦੇ ਚ। ਕਰਮ ਜਦ ਕ੍ਰਿਤ ਬਣਦਾ ਹੈ ਉਹਨੂੰ ਸਮਾਜ ਦੇਖਦਾ ਹੈ। ਹੱਥਾਂ ਦੁਆਰਾ ਕ੍ਰਿਤ ਪ੍ਰਗਟ ਹੋਈ, ਜ਼ਬਾਨ ਦੁਆਰਾ ਬੋਲਣਾ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਹੋਇਆ, ਲੋਕੀ ਦੇਖਦੇ। ਪਰ ਮਨ ਕੀ ਬੋਲਦਾ ਪਿਆ ਅੰਦਰ ਸਮਾਜ ਨਹੀਂ ਦੇਖਦਾ, ਦੇਖ ਵੀ ਨਹੀਂ ਸਕਦਾ। ਮਨ ਕੀ ਸੋਚ ਰਿਹਾ ਹੈ ਕਾਨੂੰਨ ਦੇਖ ਵੀ ਨਹੀਂ ਸਕਦਾ, ਸਮਾਜ ਦੇਖ ਵੀ ਨਹੀਂ ਸਕਦਾ। ਐਸਾ ਵੀ ਹੋ ਸਕਦਾ ਹੈ ਤਨ ਸ਼ੁਭ ਕ੍ਰਿਤ ਕਰ ਰਿਹਾ ਹੈ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣਨਗੇ। ਇਸ ਸ਼ੁਭ ਕ੍ਰਿਤ ਦੇ ਅੰਦਰ ਸੰਸਕਾਰ ਨਹੀਂ ਬਣ, ਇਹ ਲਿਖਿਆ ਹੀ ਨਹੀਂ ਜਾਏਗਾ। ਭਾਵੇਂ ਦਾਨ ਕਰ ਰਿਹਾ ਹੈ, ਪੁੰਨ ਕਰ ਰਿਹਾ ਹੈ, ਬਾਣੀ ਪੜ੍ਹ ਰਿਹਾ ਹੈ, ਸੇਵਾ ਕਰ ਰਿਹਾ ਹੈ, ਮਨ ਨਹੀਂ ਹੈ ਵਿੱਚ, ਇਹਦੇ ਸੰਸਕਾਰ ਨਹੀਂ ਬਣਨਗੇ। ਹੋਰ ਸੁਣ ਲਓ, ਕੁਝ ਬੁਰਾ ਕੀਤਾ ਹੈ, ਉਸ ਵਿੱਚ ਮਨ ਨਹੀਂ ਸੀ, ਉਹਦੇ ਵੀ ਸੰਸਕਾਰ ਨਹੀਂ ਬਣਨਗੇ। ਹੋ ਗਿਆ ਬੁਰਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਅਰਮਾਂ। ਬੋਲਿਆ ਬੁਰਾ ਹੈ, ਪਰਮਾਤਮਾ ਦੀ ਨਿਗਾਹ 'ਚ ਖਰਾ ਹੈ, ਸਮਾਜ ਦੀ ਨਿਗਾਹ 'ਚ ਖੋਟਾ ਹੈ। ਬੁਰਾ ਜੋ ਬੋਲਿਆ, ਭੈੜਾ ਜੋ ਬੋਲਿਆ, ਪਰ ਭੈੜੀ ਜ਼ਬਾਨ ਬੋਲ ਗਈ ਹੈ ਉਸਦੀ, ਉਸ ਵਿੱਚ ਉਸਦਾ ਮਨ ਨਹੀਂ ਸੀ, ਪਛਤਾਪ ਕਰ ਰਿਹਾ ਹੈ। ਵੀ ਖਰੇ ਹਰ ਬਾਣੇ। ਕਈ ਦਫਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ 'ਚ ਖੋਟਾ ਹੁੰਦਾ ਹੈ, ਪ੍ਰਭੂ ਦੀ ਨਿਗਾਹ 'ਚ ਖਰਾ ਹੁੰਦਾ ਹੈ, ਔਰ ਕਈ ਦਫਾ ਸਮਾਜ ਦੀ ਨਿਗਾਹ ਦੇ 'ਚ ਖਰਾ ਹੁੰਦਾ ਹੈ, ਗੁਰੂ ਦੀ ਨਿਗਾਹ 'ਚ ਬਿਲਕੁਲ ਖੋਟਾ ਹੁੰਦਾ ਹੈ, ਖੋਟਾ ਹੁੰਦਾ ਹੈ। ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ, ਬਿਹਤਰ ਹੈ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ, ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ, ਬਿਹਤਰ ਹੈ। ਇਹ ਚੁਣਾਵ ਕਰ। ਇਸ ਚੁਣਾਵ ਵਾਸਤੇ ਬੜੀ ਹਿੰਮਤ ਚਾਹੀਦੀ ਹੈ। ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ, ਕਬ ਕੋ ਲੋਗਨ ਕੋ ਪਤੇ ਆਵੇ, ਲੋਕ ਪਤੀਣੇ ਨਾ ਪਤਾ ਹੋਵੇ। ਜਨ ਨਾਨਕ ਹਿਰਦੇ ਸਦ ਧਿਆਓ, ਤਾਂ ਜੈ ਜੈ ਕਰੇ ਸਭ ਕੋ। ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚਲੇ ਆ? ਕਦੀ ਬਗੌਰ ਮੁਤਾਲਾ ਕਰੋਗੇ ਔਰ ਇਹ ਆંકੜੇ ਸਹੀ ਨੇ, 99% ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ, ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਨੇ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ 'ਚ ਚੰਗਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਚੰਗਾ ਹੋਵੇਗਾ। ਇਹ ਕੋਈ ਸਬੂਤ ਨਹੀਂ ਹੈ, ਇਹ ਕੋਈ ਪ੍ਰਮਾਣ ਨਹੀਂ ਹੈ। ਇਤਨੀ ਮੈਂ ਅਰਜ਼ ਕਰਦੇ ਹਾਂ। ਔਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ ਦੇ 'ਚ ਖੋਟਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਖੋਟਾ ਹੋਵੇਗਾ। ਇਹ ਕੋਈ ਪ੍ਰਮਾਣ ਨਹੀਂ।
ਇਹ ਤੇ ਪਰਮਾਤਮਾ ਦਾ ਫੈਸਲਾ ਹੈ। ਜੋ ਕਰਮ ਮਨ ਨਾਲ ਕੀਤਾ ਜਾਂਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ, ਦੂਜੇ ਦੇ ਨਹੀਂ ਬਣਦੇ ਹੀ ਨਹੀਂ। ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਹੁੰਦਾ ਹੈ। ਕਿਉਂ? ਸਾਵਧਾਨੀ ਚਾਹੀਦੀ ਹੈ, ਮਨ ਪੂਰਾ ਚਾਹੀਦਾ ਹੈ। ਸਮਾਜ ਦੇਖੇ ਨਾ, ਕਾਨੂੰਨ ਦੇਖੇ ਨਾ, ਪਕੜਾ ਜਾਵਾਂਗਾ। ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਹੁੰਦੀ ਹੈ। ਚੋਰ ਪੂਰਾ ਸਾਵਧਾਨ ਹੁੰਦਾ ਹੈ ਚੋਰੀ ਕਰਨ ਲੱਗਿਆ। ਕਾਤਲ ਪੂਰਾ ਸਾਵਧਾਨ ਹੁੰਦਾ ਹੈ ਕਤਲ ਕਰਨ ਲੱਗਿਆ। ਪਕੜਿਆ ਗਿਆ ਤੇ ਫਾਂਸੀ, ਉਮਰ ਭਰ ਦੀ ਜੇਲ੍ਹ। ਪੂਰਾ ਸਾਵਧਾਨ ਹੁੰਦਾ ਹੈ, ਬੜਾ ਸਾਵਧਾਨ ਹੁੰਦਾ ਹੈ। ਬੇਈਮਾਨੀ ਕਰਨ ਵਿੱਚ, ਠੱਗੀ ਕਰਨ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਵਾਹਿਗੁਰੂ ਵਾਹਿਗੁਰੂ ਜਪਦਾ ਪਿਆ, ਕੋਈ ਸਾਵਧਾਨੀ ਨਹੀਂ। ਕੀਰਤਨ ਸੁਣਦਾ ਪਿਆ, ਸਾਵਧਾਨੀ ਕੋਈ ਨਹੀਂ। ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ, ਕੀਰਤਨ ਦੇ ਨਹੀਂ ਬਣਦੇ। ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ। ਕਿਉਂ? ਉਸ ਵਿੱਚ ਮਨ ਨਹੀਂ ਸੀ, ਸਾਵਧਾਨੀ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਮਨ ਕਰ ਕਭੂ ਨਾ ਹਰ ਗੁਣ ਗਾਇਓ। ਗਾਉਂਦਾ ਪਿਆ, ਪਾਠ ਕਰਦਾ ਪਿਆ, ਮਨ ਤੇ ਉਸ ਵਿੱਚ ਹੈ ਨਹੀਂ, ਸੰਸਕਾਰ ਨਹੀਂ ਬਣਨਗੇ। ਮਨ ਕਰ ਕਭੂ ਨਾ ਹਰ ਗੁਣ ਗਾਇਓ, ਵਿਖਿਆ ਸਖਤ ਰਹਿਓ ਨਿਸਬਾਸਰ, ਕੀਨੋ ਆਪਣੋ ਪਾਇਓ। ਮਨ ਉਸੇ ਹੀ ਕਰਮ ਦੇ ਚਾਹੁੰਦਾ ਹੈ ਜਿਸ ਤੋਂ ਪ੍ਰਭਾਵਿਤ ਹੈ। ਮਨ ਉਸੇ ਹੀ ਕਰਮ ਵਿੱਚ ਚਾਹੁੰਦਾ ਹੈ ਜਿਸ ਤੋਂ ਲਾਭ ਹੈ। ਅਗਰ ਬੁਰੇ ਕਰਮ ਦੇ ਚ ਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ। ਅਗਰ ਪਤਾ ਚੱਲ ਜਾਏ ਸ਼ੁਭ ਕਰਮ ਦੇ ਚ ਲਾਭ ਹੈ ਤਾਂ ਕਰੇਗਾ। ਮਨੋਰਥ ਲਾਭ ਹੈ, ਔਰ ਲਾਭ ਵੀ ਸਿਰਫ ਦੁਨਿਆਵੀ, ਕੋਈ ਅਧਿਆਤਮਕ ਨਹੀਂ, ਕੋਈ ਪ੍ਰਮਾਤਮ ਨਹੀਂ। ਦੁਨਿਆਵੀ ਲਾਭ ਹੈ ਤੇ ਸ਼ੁਭ ਕਰਦੇ ਆ, ਨਹੀਂ ਤੇ ਨਹੀਂ ਕਰਦੇ। ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਹੈ ਤਾਂ ਕਰਦੇ ਆ, ਕਰਨਾ ਹੈ। ਮੂਲ ਤੇ ਲਾਭ ਦੀ ਗੱਲ ਹੈ। ਆਪ ਸੁਣ ਕੇ ਹੈਰਾਨ ਹੋਗੇ। ਸੁਭਾਵਕ ਸਾਹਮਣੇ ਮੇਰੇ ਵਾਕ ਆ ਗਿਆ। ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਦੀ ਵੰਡ ਦੇ ਮੁਤਾਬਕ 4 ਵਰਨ ਬਣਦੇ ਨੇ। ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜ਼ਾਤ ਪਾਤ ਕਰਕੇ ਨਹੀਂ ਕੀਤੀ ਸੀ। ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ, ਬੜਾ ਸੋਚੇ, ਜ਼ਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ, ਜ਼ਬਾਨ ਪਿੱਛੇ ਹੋਵੇ, ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ, ਪੈਰ ਅੱਗੇ ਨਾ ਹੋਣ। ਮੂਰਖ ਮਨੁੱਖ ਪੈਰ ਅੱਗੇ ਨੇ, ਅਕਲ ਪਿੱਛੇ ਹੈ। ਕਦਮ ਪਹਿਲੇ ਪੁੱਟ ਲੈਂਦਾ, ਸੋਚਦਾ ਬਾਅਦ ਵਿੱਚ ਹੈ। ਸਿਆਣਾ ਅਕਲ ਅੱਗੇ, ਕਦਮ ਪਿੱਛੇ, ਸੋਚਦਾ ਪਹਿਲੇ, ਕਦਮ ਬਾਅਦ ਵਿੱਚ ਰੱਖਦਾ। ਸਿਆਣਾ ਮਨੁੱਖ ਸੋਚਦਾ ਪਹਿਲੇ, ਬੋਲਦਾ ਬਾਅਦ ਵਿੱਚ ਹੈ। ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਹੈ, ਸੋਚਦਾ ਪਹਿਲੇ। ਮੂੜ ਕਰਦਾ ਪਹਿਲੇ, ਸੋਚਦਾ ਬਾਅਦ ਵਿੱਚ ਹੈ। ਇਹ ਪਹਿਚਾਣ। ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ, ਸਿਰ ਨੂੰ ਅੱਗੇ ਰੱਖਦਾ ਹੈ, ਔਰ ਜਿਸ ਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ। ਇਹ ਬ੍ਰਾਹਮਣ ਹੈ। ਬ੍ਰਾਹਮਣ ਕੋਈ ਜ਼ਾਤ ਨਹੀਂ ਸੀ। ਇਹ ਗੱਲ ਵੱਖਰੀ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ, ਬਹੁਤਾਤ ਵਿੱਚ ਜ਼ਾਤ ਮੰਨ ਲਈ ਗਈ, ਵਰਨਾ ਇਹ ਜ਼ਾਤ ਨਹੀਂ ਹੈ। ਗੁਰਬਾਣੀ ਜ਼ਾਤ ਨਹੀਂ ਮੰਨਦੀ। ਗੁਰਬਾਣੀ ਕੀ ਕਹਿੰਦੀ ਹੈ? ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਬ੍ਰਾਹਮਣ। ਹੋਰ ਕਿਸ ਨੂੰ ਆਖ? ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਜੋ ਬ੍ਰਹਮ ਦੇ ਵਿਚਾਰ ਕਰਦਾ ਹੈ ਬ੍ਰਾਹਮਣ। ਵੇਦ ਸ਼ਬਦੰ ਬ੍ਰਾਹਮਣ ਹੈ, ਵਿਦਿਆ ਦੀ ਵਿਚਾਰ ਕਰਦਾ ਹੈ, ਸੋਚਦਾ ਹੈ ਬ੍ਰਾਹਮਣ। ਸਿਰ ਨੂੰ ਅੱਗੇ ਕਰਦਾ ਹੈ ਬ੍ਰਾਹਮਣ। ਹੱਥ ਅੱਗੇ ਨੇ, ਹੱਥਾਂ 'ਚ ਤਾਕਤ ਹੋਣੀ ਚਾਹੀਦੀ। ਸਿਰ ਦੇ 'ਚ ਨਹੀਂ ਹੈ ਤੇ ਨਾ ਸਹੀ। ਹੱਥ ਮਜ਼ਬੂਤ ਹੋਣੇ ਚਾਹੀਦੇ। ਮੇਰੇ 2 ਹੱਥ ਇਤਨੇ ਮਜ਼ਬੂਤ ਹੋਵਨ, 1000 ਹੱਥਾਂ ਨੂੰ ਜਕੜ ਕੇ ਰੱਖ ਦੇਣ। ਪਤਾ ਹੈ ਭਾਰਤ ਵਿੱਚ ਇੱਕ ਐਸਾ ਪੁਰਸ਼ ਹੋਇਆ ਜਿਹਦਾ ਨਾਂ ਸੀ ਸਹਿਨਸਰ ਬਾਹੂ।
सहनसर बाहु, सहंस कहते हैं हज़ार नूं, हज़ार बावां वाला। मिथिहास दे चों सच्चाई कढ़नी पैगी। हज़ार बावां इक्को ही मनुख दियां होवन तो मेरे ख्याल सारा हाल कमरे चो कल्ला ही बैठ सकेगा। हज़ार बावां, बहुत वड्डा शरीर चाहिए, हज़ार बावां। पर महज करा सच्चाई है, होंदे ने सहनसर बाहु, हैन ते उसदे कोल दो हथ, और ਉਹਦੇ ਕੋਲ हज़ारां हथ जुड़े होंदे, जोड़ के खड़े होंदे। ਉਹਦੇ दो हथ हज़ारां हत्थां ਨੂੰ ਬੰਨ ਕੇ ਰੱਖ ਦਿੰਦੇ। ਉਹਦੇ दो हथ हज़ारां ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। सहनसर बाहु। हर मनुख की कोशिश है मेरिया दो बावां दे हज़ारां बावां दा बल होवे। सहनसर बाहु, कौन नहीं बनना चाहता? सब कुछ मेरे हत्थां च होवे, सब कुछ मेरी मुट्ठी दे च होवे। मुगल शहनशाह ते अपना तखल्लुस ही इसे तरह रखते रहे, जहांगीर सारा जहान मेरी पकड़ दे, मेरी मुट्ठी दे। अकबर जलालुद्दीन ते नाम से अकबर, पता अकबर किस नूं कहंदे ने? अकबर दे अखर सब तो वड्डा। इस वास्ते मुसलमान कहंदे अल्लाहु अकबर, अल्लाह ही अकबर है, होवेगा अल्लाह अकबर। जलालुद्दीन ने कहा मैं अकबर, गल खत्म। जलालुद्दीन अकबर। कौन नहीं अकबर बनना चाहता? कौन सारिਆਂ तो वड्डा नहीं बनना चाहता? और ये हंकार शिखर ते होवे ते मनुख चाहता है खुदा नूं भी छोटा दिखाना है। हंकार भी ऐसा करता है, हरनाकश ने किया सी, रब की आउंदा मैं खुद रब हाँ। ऐसा किया सी नमरूद ने, खुदा की आउंदा मैं खुद खुदा किया सी उसने। हथ इतने मजबूत होवन, सारे हथ मेरे अगों जुड़े होवन। हत्थां विच इतनी ताकत होवे, हज़ारां सिर मेरे अगों झुक जावन। सहनसर बाहु। एक उर्दू का शायर कहता है, किसी के एक आंसू पर हज़ारों दिल तड़पते हैं, किसी का उम्र भर रोना यूं ही बेकार जाता है। एक हंजू निकले, हज़ारां दिल रो उठे ने। सारी जिंदगी कोई रोंदा रहा, किसी ने पूछया भी नहीं क्यों रोंदा, क्यों रोंदा। सहनसर बाहु, दो हत्थां विच बहुत वड्डी ताकत। इस तरह की शक्ति का जो मुतलाशी होवे ते हत्थां नूं ही मजबूत करना चाहे, उन्होंने कहते सन खत्री, छत्री। छत्री दे अखरी अर्थ में शस्त्र जिसके हत्थ च, शक्ति जिसके हत्थ च, छत्री। ਇਹਦਾ अपभ्रंश हिंदी पंजाबी खत्री असी कह देंगे, वरना लफज संस्कृत का छत्री। शस्त्र जिहदे कोल है, शक्ति जिहदे कोल है, छत्री। हथ बड़े मजबूत ने, हत्थां च बड़ी ताकत है। ये दो हथ हज़ारां हत्थां नूं मजबूर कर सकते हैं हथ जोड़न ते। ये दो हथ इतने मजबूत ने, हज़ारां सिरां नूं झुका सकते हैं। छत्री। फिर जिहड़ा बारीक कम ना कर सके, अकल नूं अगे करना उहदा सुभाअ नहीं। हत्थां नूं मजबूत करना भी उहदा सुभाअ नहीं। हर वक्त भारी वजनी कम दे च अपने आप नूं लाई रखना। जैसे सारे शरीर का वजन सिर का, हत्थां का, पेट का कौन चुकदे ने? पैर। जात नहीं है, शूदर कोई यात नहीं है, पैर शूदर ने। पर शूदर की महानता है, सिर नहीं पूजया जाता, हथ नहीं पूजे जाते, चरण नहीं पूजे जाते। ये भी महज करते हैं। भार चुकते, पेट का भी भार चुकया, हत्थां का भी भार चुकया, सिर का भी भार चुकया। वजने कम, भारी कम ये ना करन, सारा संसार रुक जाएगा। कोई मकान ना बनावे, कोई मोए ढोरां दी खल ना लावे, जुतियां ना बनावे, कपड़ा ना बनावे।
ਇੱਟਾਂ ਨਾ ਬਣਾਵੇ। ਇਹ ਸਭ ਵਜ਼ਨੀ ਕੰਮ ਸਨ, ਭਾਰੀ ਕੰਮ ਸਨ। तो सिर्फ सिर वाला किथे रवेगा? सिर्फ हत्थां वाले दियां लोड़ां कित्थों पूरीआं होणगीआं? इस वास्ते जिन्हां जिन्हां मुल्कां शूदर दा किरती बंदे दा सत्कार होया, सन्मान होया, उत्थे उत्थे किरत करके धन वध गया। भारत दा मुफलिस होना कारण दो सन। एक ते 1000 साल दी गुलामी, दूसरा किरती बंदा शूदर है, जुलाहा शूदर है, चमार शूदर है, राजमिस्त्री शूदर है, लोहार शूदर है, दरखान शूदर, सब शूदर जो किरत करते हैं। तो धन तो किरत नाल आएगा, किरती शूदर। पछड़ गया देश, नहीं तो देश सारी दुनिया के देशों नालों अगे से। मंगोल भी भारत गए अपनी उदर पूर्ति लई, ईरान गया, अफगानिस्तान गया, अरब गया, फ्रेंच गए, डच गए, पुर्तगेज गए, अंग्रेज़ गए। सारियां दी निगाह विच भारत सी, वो केंद्र सी जैसे अज सारियां दी निगाह च अमेरिका बने हुए है। अमेरिका तो भी वध सी भारत। मंगोल उत्थे ही आए, डच उत्थे ही आए, पुर्तगेज उत्थे ही आए, अफगानी उत्थे आए, उज़्बेकिस्तानी और टर्कश तुर्की दे लोग, ईरानी, अरबियन, अंग्रेज़, फ्रेंच, सब दी उदर पूर्ति का केंद्र भारत सी, सोने की चिड़िया सी। 1000 साल की गुलामी और 1000 साल तक लुटेरे लुटते रहे। हुण भी तुसी चले जाओ लंदन म्यूजियम दे कलगी ते गुरु गोबिंद सिंह दी पई है ना, सोने दे रथ वड्डे वड्डे थाल भारत तो लियांदे पे, लिखे आया उत्थे कोनूर हीरा भारत तो लियांदा उत्थे पे। ये भारत तो लियांदियां चीज़ां लंदन म्यूजियम दे चों कढ़ दईए ते रहिंदा कि उत्थे कख कुछ भी नहीं रहिंदा। 1000 पाउंड की आमदन है, 10 पाउंड टिकट है, जाके देखो कोनूर हीरा, सोने दे थाल, सोने दे रथ, हीरे मोती, ये सब उत्थों लियांदे। ईरानी लुटते रहे, तख्ते ताउस हिंदुस्तान तो लुट के ले गया नादर शाह, उज़्बेकिस्तानी लुटते रहे, तुर्कमेनिस्तानी लुटते रहे, ईरानी लुटते रहे, अफगानी लुटते रहे, फिर अरबियक आए, फ्रेंच आए, डच आए, पुर्तगेज़ आए, फिर अंग्रेज़ आए। 1000 साल तक लुटते रहे। 1000 साल तक जिसनों लुटिया जाए तो रह की जाएगा, फिर रह की जाएगा, फिर रह की जाएगा।